ਕਿਵੇਂ ਲੱਗ ਰਿਹਾ? ਡਿਊਟੀਆਂ ਲੱਗਦੀਆਂ ਨੇ ਤੁਹਾਡੀਆਂ, 200 ਕਿਸਾਨ ਰੋਜ਼ ਸੰਸਦ ਦੇ ਵਿੱਚ ਆਉਂਦੇ ਨੇ, ਬਹਿਸਾਂ ਹੁੰਦੀਆਂ ਨੇ, ਬਿਲਕੁਲ ਜਿਵੇਂ ਇੱਕ ਅਸਲੀ ਸੰਸਦ ਹੁੰਦੀ ਉਸੇ ਢੰਗ ਦੇ ਨਾਲ ਸੰਸਦ ਨੂੰ ਚਲਾਇਆ ਜਾ ਰਿਹਾ। ਤੇ ਗੂੰਗੀ ਬੋਲੀ ਸਰਕਾਰ ਨੂੰ ਵਿਪ ਵੀ ਭੇਜਣ ਤੋਂ ਬਾਅਦ ਵੀ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਕਿਸਾਨ ਕਦੇ ਖੇਤਾਂ 'ਚੋਂ ਬਾਹਰ ਨਹੀਂ ਸੀ ਨਿਕਲੇ, ਹਨਾ, ਜਿਨ੍ਹਾਂ ਨੂੰ ਆਪਣੇ ਕੰਮ ਹੀ ਨਹੀਂ ਸੀ ਮੁੱਕਦੇ, ਅੱਜ ਉਹਨਾਂ ਨੂੰ ਉੱਥੇ ਲਿਆ ਕੇ ਬਿਠਾ ਲਿਆ ਗਿਆ। ਇਹ ਵੀ ਸਿਖਾਇਆ ਜਾ ਰਿਹਾ ਕਿ ਸੰਸਦ ਕਿਵੇਂ ਚਲਾਉਣੀ ਹੈ, ਕਿਵੇਂ ਸੰਸਦ ਦੇ ਕੰਮਕਾਰ ਹੁੰਦੇ ਨੇ, ਕਿਵੇਂ ਜਿਹੜੇ ਬਿੱਲ ਨੇ ਉਹ ਪੇਸ਼ ਕੀਤੇ ਜਾਂਦੇ ਨੇ, ਉਹਨਾਂ ਦੇ ਬਹਿਸਾਂ ਕਿਵੇਂ ਹੁੰਦੀਆਂ ਨੇ, ਕਾਨੂੰਨ ਲਾਗੂ ਕਿਵੇਂ ਹੁੰਦੇ ਨੇ, ਕਾਨੂੰਨ ਰੱਦ ਕਿਵੇਂ ਹੁੰਦੇ ਨੇ। ਲੱਗਦਾ ਨਹੀਂ ਕਿ ਇੱਕ ਪਾਸੇ ਤਾਂ ਭਾਵੇਂ ਸਰਕਾਰ ਨੁਕਸਾਨ ਕਰ ਰਹੀ ਹੈ, ਦੂਜੇ ਪਾਸੇ ਹਰ ਇੱਕ ਆਮ ਇਨਸਾਨ ਨੂੰ ਵੀ ਇੱਕ ਲੀਡਰ ਬਣਾ ਕੇ ਕੱਢ ਰਹੀ ਹੈ। ਲੀਡਰ ਇਹਨਾਂ ਚੋਂ ਕੋਈ ਨਹੀਂ ਬਣੇਗਾ, ਮੈਂ ਇਹ ਗੱਲ ਸਪਸ਼ਟ ਕਰ ਦਿਆਂ। ਇਹ ਕਿਸਾਨ ਹੀ ਰਹਿਣਗੇ, ਇਹਨਾਂ ਨੇ ਖੇਤਾਂ 'ਚ ਹੀ ਕੰਮ ਕਰਨਾ ਆ। ਜਿਹੜੇ ਇਹ ਪੋਲੀਟੀਸ਼ੀਅਨ ਜਿਹੜੇ ਉੱਪਰ ਕਬਜ਼ਾ ਕਰਕੇ ਬੈਠੇ ਸੀ, ਜਿਹੜੀ ਇਹਨੀ ਕਿਰਤੀਆਂ ਤੇ ਕਾਮਿਆਂ ਨੂੰ ਦਿੱਲੀ ਦੀਆਂ ਸੜਕਾਂ ਤੇ ਲਿਆ ਕੇ ਬਿਠਾ ਲਿਆ, ਜਿਹੜੇ ਦੇਸ਼ ਤਾਂ ਕੌਮ ਦੇ ਰਾਖੇ ਸੀ ਪੰਜਾਬ ਦੇ ਲੋਕ, ਉਹਨਾਂ ਨੂੰ ਇਹਨੀ ਲਿਆ ਕੇ ਇੱਥੇ ਦਿੱਲੀ 'ਚ ਹੁਣ ਵਾੜਤਾ ਲਿਆ। ਪਰ ਜਿਹੜੀ ਸੰਸਦ ਆ ਇਹ 2024 ਨੂੰ ਮੈਨੂੰ ਲੱਗਦਾ ਕਿਰਤੀ ਤੇ ਕੰਮ ਇਹਨਾਂ ਤੋਂ ਖੋਣਗੇ, ਮੈਨੂੰ ਲੱਗਦਾ ਕਿਰਤੀ ਤੇ ਕੰਮ ਇਹਨਾਂ ਤੋਂ ਖੋਣਗੇ। ਬਾਬੇ ਨਾਨਕ ਦਾ ਲੰਗਰ ਹੈ ਜਿਹੜਾ 20 ਰੁਪਏ ਦਾ ਚਲਾ ਆਇਆ ਹੋਇਆ, ਉਹ ਵੀ ਸੰਸਦ ਤੱਕ ਪਹੁੰਚ ਚੁੱਕਿਆ। ਸੰਸਦ ਦੇ ਵਿੱਚ ਜਿਹੜੇ ਡੈਲੀਗੇਟ ਆਏ ਨੇ ਉਹ ਵੀ ਉਸੇ ਬਾਬੇ ਨਾਨਕ ਦੇ 20 ਰੁਪਏ ਦੇ ਲੰਗਰ ਤੋਂ ਲੰਗਰ ਛਕ ਰਹੇ। ਸਾਡਾ ਪੰਜਾਬ ਤੋਂ ਦਿੱਲੀ ਦੇ ਬਾਰਡਰ ਤੇ ਆਉਣਾ, ਹਰਿਆਣੇ ਤਾਂ ਪੰਜਾਬ ਦਾ ਭਾਈ ਭਾਈ ਬਣ ਜਾਣਾ, ਉਹ ਤੋਂ ਬਾਅਦ ਯੂਪੀ ਦਾ ਉੱਠ ਪੈਣਾ, ਰਾਜਸਥਾਨ ਦਾ ਉੱਠ ਪੈਣਾ, ਕੇਰਲਾ ਦਾ ਉੱਠ ਪੈਣਾ, ਹੋਰ ਜਿੰਨੀਆਂ ਵੀ ਸਟੇਟਾਂ ਉਹਦਾ ਉੱਠ ਪੈਣਾ। ਇਹ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਆ, ਸਾਂਝੀਵਾਲਤਾ ਤੇ ਪਿਆਰ ਦਾ ਪ੍ਰਤੀਕ ਆ। ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਗੱਲ, ਤੇ ਦੁੱਗਣੀ ਤਾਂ ਕੀ ਕਰਨੀ ਸੀ, ਉਹ ਸਾਡੇ ਤੋਂ ਪਹਿਲਾਂ ਵਾਲੀ ਵੀ ਖੂਨ ਨੂੰ ਤੁਰ ਪਿਆ। ਦਿੱਲੀ ਕਦੀ ਪੰਜਾਬ ਦੀ ਮਿੱਤ ਨਹੀਂ ਹੋਈ, ਪਰ ਹਮੇਸ਼ਾ ਪੰਜਾਬ ਜਿੱਤਿਆ। ਇਹ ਇਤਿਹਾਸ ਗਵਾਹ ਆ, ਮੇਰੇ ਕਹਿਣ ਨਾਲ ਨਹੀਂ, ਇਤਿਹਾਸ ਗਵਾਹ ਆ। ਅਸੀਂ ਵੀ ਉਹਨਾਂ ਦੇ ਵੰਸ਼ਜ ਆ, ਜਿੱਤ ਕੇ ਜਾਵਾਂਗੇ। KTV ਚੈਨਲ ਨਾਲ ਬਣੇ ਹੋਏ ਹੋ, ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਕਿਸਾਨੀ ਸੰਸਦ ਦਾ ਅੱਜ ਚੌਥਾ ਦਿਨ ਹੈ। ਚੌਥੇ ਦਿਨ ਲਗਾਤਾਰ ਕਿਸਾਨਾਂ ਨੇ ਆਪਣੀ ਸੰਸਦ ਲਗਾਈ ਹੈ, ਜਿਹੜੀ ਦੇਸ਼ ਦੀ ਮੁੱਖ ਸੰਸਦ ਆ ਉਹਦੇ ਬਿਲਕੁਲ ਪੈਰਲਰ 100 ਮੀਟਰ ਦੀ ਦੂਰੀ ਤੇ ਜੰਤਰ ਮੰਤਰ ਦੇ ਨਾਲ ਕਿਸਾਨਾਂ ਨੇ ਆਪਣੀ ਸੰਸਦ ਜਿਹੜੀ ਉਹ ਚੌਥੇ ਦਿਨ ਦੇ ਵਿੱਚ ਅੱਜ ਦਾਖਲ ਕਰ ਲਈ ਹੈ। ਕੱਲ ਦੀ ਸੰਸਦ ਦੇ ਵਿੱਚ ਜਿਹੜੀ ਸੰਸਦ ਬੀਬੀ ਨੇ ਚਲਾਈ ਸੀ, ਤਾਂ ਅੱਜ ਫੇਰ ਭਾਈਆਂ ਦੇ ਦੁਆਰਾ ਜਿਹੜੀ ਸੰਸਦ ਉਹ ਚਲਾਈ ਜਾ ਰਹੀ ਹੈ। ਸਾਡੇ ਨਾਲ ਕੁਝ ਕਿਸਾਨ ਵੀਰ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਤੁਹਾਡਾ, ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਅੱਜ ਦੀ ਸੰਸਦ ਬਾਰੇ ਸਭ ਤੋਂ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਅੱਜ ਪਹਿਲੇ ਦਿਨ ਆਏ ਹੋ ਸੰਸਦ ਦੇ ਵਿੱਚ, ਕਿਵੇਂ ਲੱਗ ਰਿਹਾ? ਡਿਊਟੀਆਂ ਲੱਗਦੀਆਂ ਨੇ ਤੁਹਾਡੀਆਂ, 200 ਕਿਸਾਨ ਰੋਜ਼ ਸੰਸਦ ਦੇ ਵਿੱਚ ਆਉਂਦੇ ਨੇ, ਬਹਿਸਾਂ ਹੁੰਦੀਆਂ ਨੇ, ਬਿਲਕੁਲ ਜਿਵੇਂ ਇੱਕ ਅਸਲੀ ਸੰਸਦ ਹੁੰਦੀ ਉਸੇ ਢੰਗ ਦੇ ਨਾਲ ਸੰਸਦ ਨੂੰ ਚਲਾਇਆ ਜਾ ਰਿਹਾ। ਇਹ ਇੱਕ ਬਹੁਤ ਵੱਡਾ ਸੰਯੁਕਤ ਮੋਰਚੇ ਦਾ ਉਪਰਾਲਾ ਆ, ਜਿਹੜਾ ਵੀ ਇਹ ਪੈਰਲਲ ਸਾਡੇ 546 ਮੈਂਬਰ ਜਿਹੜੇ ਚੁਣ ਕੇ ਆਏ ਆ। ਤੇ ਗੂੰਗੀ ਬੋਲੀ ਸਰਕਾਰ ਨੂੰ ਵਿਪ ਵੀ ਭੇਜਣ ਤੋਂ ਬਾਅਦ ਵੀ ਉਹਨਾਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਬਿਲਕੁਲ ਉਹਨਾਂ ਨੂੰ ਇਸ ਗੱਲ ਨੂੰ ਇਗਨੋਰ ਕੀਤਾ ਗਿਆ। ਉਹਦੇ ਤਹਿਤ ਸੰਯੁਕਤ ਮੋਰਚੇ ਵੱਲੋਂ ਇਹ ਪੈਰਲਲ ਕਿਸਾਨਾਂ ਦੀ ਇੱਕ ਸੰਸਦ ਚਲਾਈ ਜਾ ਰਹੀ ਆ, ਜਿਹਦੇ ਵਿੱਚ 200 ਕਿਸਾਨ ਸੰਸਦ ਬਣ ਕੇ ਆ ਰਹੇ ਆ, MP ਬਣ ਕੇ ਆ ਰਹੇ ਆ। ਔਰ ਉਸੇ ਤਰੀਕੇ ਦੇ ਨਾਲ ਇੱਥੇ ਮੁੱਦੇ ਤੇ ਚਰਚਾ ਹੋ ਰਹੀ ਆ, ਉਸੇ ਤਰੀਕੇ ਦੇ ਨਾਲ ਇੱਥੇ ਸਾਰੇ ਜਿਹੜੇ ਬਿੱਲ ਆ ਜਾਂ ਕੋਈ ਵੀ ਕਿਸੇ ਗੱਲ ਦੀ ਵੀ ਕੋਈ ਏਜੰਡਾ ਆ ਉਹ ਤੇ ਚਰਚਾ ਹੋ ਰਹੀ ਆ, ਬਹਿਸ ਹੋ ਰਹੀ ਆ। ਕਿਸੇ ਖਾਸ ਏਜੰਡੇ ਦੀ ਚਰਚਾ ਹੋਈ ਜਾਂ ਵੱਖਰੇ ਵੱਖਰੇ ਅੱਜ ਏਜੰਡੇ ਲਗਾਏ ਗਏ? ਅੱਜ ਖਾਸ ਏਜੰਡਾ ਇਹ ਸੀਗਾ ਵੀ ਜਿਹੜੀਆਂ ਵੱਧਦੀਆਂ ਜ਼ਰੂਰੀ ਵਸਤਾਂ ਦੀਆਂ ਜਿਹੜੀਆਂ ਵੱਧਦੀਆਂ ਕੀਮਤਾਂ ਆ, ਉਹਨਾਂ ਦਾ ਅੱਜ ਏਜੰਡਾ ਸੀ। ਉਹਦੇ ਤੇ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਆਪਣੇ ਵਿਚਾਰ ਵੀ ਰੱਖੇ, ਔਰ ਇਸ ਮੁੱਦੇ ਨੂੰ ਸੰਸਦ ਨੂੰ ਜਿਹੜੀ ਕਿਸਾਨਾਂ ਦੀ ਸੰਸਦ ਲਾਈ ਆ ਉਹਦੇ ਤੇ ਰੱਦ ਕਰਨ ਲਈ ਪੁਰਜੋਰ ਸਿਫਾਰਿਸ਼ ਵੀ ਕੀਤੀ ਆ ਤੇ ਸਲਾਹ ਮਸ਼ਵਰੇ ਵੀ ਕੀਤੇ ਗਏ ਆ ਜੀ। ਜਿਹੜੇ ਕਿਸਾਨ ਕਦੇ ਖੇਤਾਂ 'ਚੋਂ ਬਾਹਰ ਨਹੀਂ ਸੀ ਨਿਕਲੇ, ਹਨਾ, ਜਿਨ੍ਹਾਂ ਨੂੰ ਆਪਣੇ ਕੰਮ ਹੀ ਨਹੀਂ ਸੀ ਮੁੱਕਦੇ, ਅੱਜ ਉਹਨਾਂ ਨੂੰ ਉੱਥੇ ਲਿਆ ਕੇ ਬਿਠਾ ਲਿਆ ਗਿਆ। ਇਹ ਵੀ ਸਿਖਾਇਆ ਜਾ ਰਿਹਾ ਕਿ ਸੰਸਦ ਕਿਵੇਂ ਚਲਾਉਣੀ ਹੈ, ਕਿਵੇਂ ਸੰਸਦ ਦੇ ਕੰਮਕਾਰ ਹੁੰਦੇ ਨੇ, ਕਿਵੇਂ ਜਿਹੜੇ ਬਿੱਲ ਨੇ ਉਹ ਪੇਸ਼ ਕੀਤੇ ਜਾਂਦੇ ਨੇ, ਉਹਨਾਂ ਦੇ ਬਹਿਸਾਂ ਕਿਵੇਂ ਹੁੰਦੀਆਂ ਨੇ, ਕਾਨੂੰਨ ਲਾਗੂ ਕਿਵੇਂ ਹੁੰਦੇ ਨੇ, ਕਾਨੂੰਨ ਰੱਦ ਕਿਵੇਂ ਹੁੰਦੇ ਨੇ। ਲੱਗਦਾ ਨਹੀਂ ਕਿ ਇੱਕ ਪਾਸੇ ਤਾਂ ਭਾਵੇਂ ਸਰਕਾਰ ਨੁਕਸਾਨ ਕਰ ਰਹੀ ਹੈ, ਦੂਜੇ ਪਾਸੇ ਹਰ ਇੱਕ ਆਮ ਇਨਸਾਨ ਨੂੰ ਵੀ ਇੱਕ ਲੀਡਰ ਬਣਾ ਕੇ ਕੱਢ ਰਹੀ ਹੈ। ਬਿਲਕੁਲ, ਅੱਜ ਜੋ ਇੱਥੇ ਚੱਲ ਰਿਹਾ ਆ, ਲੀਡਰ ਇਹਨਾਂ ਚੋਂ ਕੋਈ ਨਹੀਂ ਬਣੇਗਾ, ਮੈਂ ਇਹ ਗੱਲ ਸਪਸ਼ਟ ਕਰ ਦਿਆਂ। ਇਹ ਕਿਸਾਨ ਹੀ ਰਹਿਣਗੇ, ਇਹਨਾਂ ਨੇ ਖੇਤਾਂ 'ਚ ਹੀ ਕੰਮ ਕਰਨਾ ਆ। ਲੇਕਿਨ ਇੰਡੀਆ ਦੀ, ਪੂਰੇ ਹਿੰਦੁਸਤਾਨ ਦੀ ਆਵਾਮ ਨੇ ਤੇ ਪੂਰੇ ਵਿਸ਼ਵ ਦੀ ਜਿਹੜੀ ਆਵਾਮ ਆ, ਉਹਨਾਂ ਨੂੰ ਇੱਕ ਮੈਸੇਜ ਦੇਣ ਜਾ ਰਹੀ ਆ ਵੀ ਜੇ ਕਿਸਾਨਾਂ ਨੂੰ ਉਹਨਾਂ ਦੇ ਥੋਪੇ ਹੋਏ ਕਾਨੂੰਨ ਪਸੰਦ ਨਹੀਂ ਸੀ ਤਾਂ ਉਹਨਾਂ ਨੇ ਇਹੋ ਜਿਹਾ ਉਪਰਾਲਾ ਕੀਤਾ ਵੀ ਪੈਰਲਲ ਇੱਕ ਕਿਸਾਨ ਜਥੇਬੰਦੀਆਂ ਨੇ ਰਲ ਕੇ ਜੋ ਸੰਸਦ ਚਲਾਈ ਆ, ਉਹਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਆ ਰਿਹਾ ਆ।
ਸਾਰੇ ਵਿਸ਼ਵ ਦੇ ਵਿੱਚ ਵੀ ਜਿਹੜੇ ਕਿਸਾਨ ਆ ਉਹ ਇਕਜੁੱਟ ਆ ਤੇ ਉਹ ਆਪਣੇ ਹੱਕਾਂ ਵਾਸਤੇ, ਆਪਣੀ ਲੜਾਈ ਵਾਸਤੇ, ਆਉਣ ਵਾਲੇ ਭਵਿੱਖ ਵਾਸਤੇ ਜਿੱਦਾਂ ਦਾ ਮਰਜ਼ੀ ਸੰਘਰਸ਼ ਹੋਵੇ ਉਹ ਉਹਨੂੰ ਇਨ ਬਿਨ ਲਾਗੂ ਕਰ ਸਕਦੇ ਆ। ਸੰਸਦ ਦੇ ਬਾਰੇ ਹੋਰ ਕੀ ਦੱਸਣਾ ਚਾਹੋਗੇ ਕਿ ਜਿਹੜੀ ਅੱਜ ਦੀ ਸੰਸਦ ਹੈ, ਜਿਹੜੀਆਂ ਦੀ ਕੋਲ ਉਸੇ ਤਰ੍ਹਾਂ ਨੇ ਜਾਂ ਕਿਸਾਨਾਂ ਨੇ ਆਪਣੇ ਢੰਗ ਦੇ ਨਾਲ ਕੁਝ ਉਹਨੂੰ ਬਦਲਾਵ ਲਿਆਂਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਸਦ ਚੱਲ ਰਹੀ ਆ ਬਿਲਕੁਲ ਪੈਰਲਲ ਚੱਲ ਰਹੀ ਆ ਔਰ ਬਿਲਕੁਲ ਇਨ ਬਿਨ ਉਦਾਂ ਹੀ, ਕਿਉਂਕਿ ਸਾਡੇ ਕੋਲ ਉਨੀਆਂ ਫੈਸਿਲਿਟੀਆਂ ਨਹੀਂ। ਫੈਸਿਲਿਟੀਆਂ ਨਾ ਹੋਣ ਦੇ ਬਾਵਜੂਦ ਵੀ 200 ਸਾਡਾ ਕਿਸਾਨ MP ਬਣ ਕੇ ਇੱਥੇ ਆਉਂਦਾ ਡੇਲੀ ਬਦਲ ਕੇ, ਔਰ ਆਪਣੇ ਜਿਹੜੀਆਂ ਭਾਵਨਾਵਾਂ ਆ ਕਾਨੂੰਨਾਂ ਦੇ ਪ੍ਰਤੀ ਉਹਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਦੱਸਦਾ। ਔਰ ਮੈਂ ਸਮਝਦਾ ਵੀ ਜਿਹੜੇ ਇਹ ਪੋਲੀਟੀਸ਼ੀਅਨ ਜਿਹੜੇ ਉੱਪਰ ਕਬਜ਼ਾ ਕਰਕੇ ਬੈਠੇ ਸੀ, ਜਿਹੜੀ ਇਹਨੀ ਕਿਰਤੀਆਂ ਤੇ ਕਾਮਿਆਂ ਨੂੰ ਦਿੱਲੀ ਦੀਆਂ ਸੜਕਾਂ ਤੇ ਲਿਆ ਕੇ ਬਿਠਾ ਲਿਆ, ਜਿਹੜੇ ਦੇਸ਼ ਤਾਂ ਕੌਮ ਦੇ ਰਾਖੇ ਸੀ ਪੰਜਾਬ ਦੇ ਲੋਕ, ਉਹਨਾਂ ਨੂੰ ਇਹਨੀ ਲਿਆ ਕੇ ਇੱਥੇ ਦਿੱਲੀ 'ਚ ਹੁਣ ਵਾੜਤਾ ਲਿਆ। ਪਰ ਜਿਹੜੀ ਸੰਸਦ ਆ ਇਹ 2024 ਨੂੰ ਮੈਨੂੰ ਲੱਗਦਾ ਕਿਰਤੀ ਤੇ ਕੰਮ ਇਹਨਾਂ ਤੋਂ ਖੋਣਗੇ। ਉਹ ਉਹਨਾਂ ਲੋਕਾਂ ਨੂੰ ਵੋਟ ਪਾਉਣਗੇ ਜਿਹੜੇ ਸਾਡੀ ਤਰਜਮਾਨੀ ਕਰਨਗੇ। ਇਹ ਰਵਾਇਤੀ ਪਾਰਟੀਆਂ ਤੋਂ ਲੋਕਾਂ ਨੇ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਵਿਦਰੋਹ ਚੱਲ ਪਿਆ ਇਹਨਾਂ ਤੋਂ ਕਿਨਾਰਾ ਕਰ ਜਾਣਾ। ਬਾਬੇ ਨਾਨਕ ਦਾ ਲੰਗਰ ਹੈ ਜਿਹੜਾ 20 ਰੁਪਏ ਦਾ ਚਲਾਇਆ ਹੋਇਆ, ਉਹ ਵੀ ਸੰਸਦ ਤੱਕ ਪਹੁੰਚ ਚੁੱਕਿਆ ਹੈ। ਸੰਸਦ ਦੇ ਵਿੱਚ ਜਿਹੜੇ ਡੈਲੀਗੇਟ ਆਏ ਨੇ ਉਹ ਵੀ ਉਸੇ ਬਾਬੇ ਨਾਨਕ ਦੇ 20 ਰੁਪਏ ਦੇ ਲੰਗਰ ਤੋਂ ਲੰਗਰ ਛਕ ਰਹੇ। ਦੇਖੋ, ਜਿਹੜਾ ਸਾਡਾ ਪੰਜਾਬ ਤੋਂ ਦਿੱਲੀ ਦੇ ਬਾਰਡਰ ਤੇ ਆਉਣਾ, ਹਰਿਆਣੇ ਤਾਂ ਪੰਜਾਬ ਦਾ ਭਾਈ ਬਣ ਜਾਣਾ, ਉਸ ਤੋਂ ਬਾਅਦ ਯੂਪੀ ਦਾ ਉੱਠ ਪੈਣਾ, ਰਾਜਸਥਾਨ ਦਾ ਉੱਠ ਪੈਣਾ, ਕੇਰਲਾ ਦਾ ਉੱਠ ਪੈਣਾ, ਹੋਰ ਜਿੰਨੀਆਂ ਵੀ ਸਟੇਟਾਂ ਉਹਦਾ ਉੱਠ ਪੈਣਾ, ਇਹ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਆ, ਸਾਂਝੀਵਾਲਤਾ ਤੇ ਪਿਆਰ ਦਾ ਪ੍ਰਤੀਕ ਆ। ਤੇ ਉਹੀ ਰਵਾਇਤ ਜਿਹੜੀ ਲੰਗਰਾਂ ਦੀ ਸਾਡੇ ਪਹਿਲੇ ਪਾਤਸ਼ਾਹ ਨੇ ਪਾਈ ਸੀ, ਵੰਡ ਛਕੋ, ਕਿਰਤ ਕਰੋ ਤੇ ਕਤਾਰ 'ਚ ਬਹਿ ਕੇ ਲੰਗਰ ਛਕੋ, ਉਹ ਅੱਜ ਫੇਰ ਦੁਆਰੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੱਲ ਪਈ ਆ। ਇਹ ਜਿਹੜੀਆਂ ਸਾਡੀਆਂ ਮੰਗਾਂ ਆ ਇਹਨਾਂ ਨੂੰ ਬੜੇ ਸੰਜੀਦਗੀ ਨਾਲ ਇਸ ਗੂੰਗੀ ਤੇ ਬੋਲੀ ਸਰਕਾਰ ਨੂੰ ਸੁਣਨਾ ਚਾਹੀਦਾ, ਕਿਉਂਕਿ ਝੂਠ ਤੇ ਝੂਠ ਬੋਲ ਕੇ ਮੋਦੀ ਨੇ ਵੱਡੇ ਤੋਂ ਵੱਡੇ ਝੂਠ ਬੋਲੇ, ਲੋਕਾਂ ਨੂੰ ਸੱਚ ਕਰਕੇ ਮਨਾਤਾ ਵੀ ਇਦਾਂ ਹੀ ਹੋਊਗੀ। ਕਦੀ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦੀ ਗੱਲ, ਕਦੀ ਕਿਸਾਨ ਦੀ ਆਮਦਨ ਦੁੱਗਣੀ ਕਰਨ ਦੀ ਗੱਲ, ਤੇ ਦੁੱਗਣੀ ਤਾਂ ਕੀ ਕਰਨੀ ਸੀ ਉਹ ਸਾਡੇ ਤੋਂ ਪਹਿਲਾਂ ਵਾਲੀ ਵੀ ਖੋਣ ਨੂੰ ਤੁਰ ਪਿਆ। ਸੋ ਇਸ ਕਰਕੇ ਮੈਂ ਇਹ ਪੁਰਜੋਰ ਅਪੀਲ ਆਪਣੇ ਕਿਸਾਨ ਵੀਰਾਂ ਦੀ ਤੇ ਆਪਣੇ ਵੱਲੋਂ ਕਰਦਾ। ਸਾਡੀ ਉਮਰ 50 ਸਾਲ ਹੋ ਗਈ ਆ। ਉੱਦਾਂ ਤਾਂ ਵੈਸੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅਗਲੇ ਸਾਹ ਆਵੇ ਤਾਂ ਆਦਮੀ ਆ, ਪਰ ਅਸੀਂ ਸੋਚਦੇ ਹਾਂ 10-12 ਸਾਲ ਸਾਡੀ ਏਜ ਹੋ ਰਹੂਗੀ। ਪਰ ਸਾਡਾ ਆਉਣ ਵਾਲਾ ਜਿਹੜਾ ਕੱਲ ਸਾਡੀ ਔਲਾਦ ਆ, ਅਸੀਂ ਉਹਦੇ ਲਈ ਇਹ ਜੰਗ ਲੜ ਰਹੇ ਹਾਂ, ਤਾਂ ਜੋ ਸਾਡੀ ਔਲਾਦ ਜਿਹੜੀ ਆ ਉਹਨੂੰ ਇਸ ਚੀਜ਼ ਦਾ ਹੋਵੇ ਕਿ ਸਾਡੇ ਬਾਪ ਜਾਂ ਸਾਡੇ ਦਾਦੇ ਜਿਨ੍ਹਾਂ ਦਾ ਜਿਹੜਾ ਇਹ ਹੱਕ ਸੀ ਜਾਂ ਉਹਨਾਂ ਦੀ ਜਿਹੜਾ ਫਰਜ਼ ਬਣਦਾ ਸੀ ਉਹਨੇ ਪੂਰਾ ਨਿਭਾਇਆ। ਤਾਂ ਕਿਸਾਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਸੰਸਦ ਚੱਲਦੀ ਕਿਵੇਂ ਹੈ ਨਾ, ਗੱਲਬਾਤ ਕੀਤੀ ਹੈ, ਕਾਨੂੰਨ ਬਣਦੇ ਕਿਵੇਂ ਨੇ। ਤੁਸੀਂ ਆਖਿਆ ਕਿ ਕਿਸਾਨ ਰਹਿਣਗੇ, ਇਹ ਲੀਡਰ ਨਹੀਂ ਬਣਨਗੇ, ਪਰ ਜੇਕਰ ਲੋੜ ਪਈ, ਕਿਉਂਕਿ ਅਸੀਂ ਇਹ ਗੱਲ ਕਹਿੰਦੇ ਆ ਕਿ ਕੋਈ ਵੀ ਸਿਆਸੀ ਧਿਰ ਹੁਣ ਸਾਡਾ ਜਿਹੜਾ ਫਾਇਦਾ ਨਹੀਂ ਕਰ ਰਹੀ ਹੈ ਜਾਂ ਨਹੀਂ ਕਰਦੀ ਦਿਸਦੀ ਹੈ। ਹੁਣ ਤੱਕ ਦੇਸ਼ ਦਾ ਘਾਣ ਕੀਤਾ ਗਿਆ, 75 ਸਾਲ ਹੋ ਚੁੱਕੇ ਨੇ, 74-75 ਸਾਲਾਂ ਦੇ ਵਿੱਚ ਨਹੀਂ ਜਿਹੜਾ ਸਿਆਸੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਸਾਡਾ ਨਹੀਂ ਕੁਝ ਚੰਗਾ ਭਵਿੱਖ ਨਹੀਂ ਲੈ ਕੇ ਦਿੱਤਾ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਿਸਾਨੀ ਪਾਰਟੀ ਬਣਦੀ ਹੈ ਤਾਂ ਕਿਸਾਨ ਉਹਨੂੰ ਹਮਾਇਤ ਕਰਨਗੇ। ਇਹ ਸੰਯੁਕਤ ਮੋਰਚੇ ਦਾ ਫੈਸਲਾ ਹੋਊਗਾ ਔਰ ਕਿਸਾਨਾਂ ਦਾ ਇੱਕ ਆਪਣਾ ਫੈਸਲਾ ਹੋਊਗਾ, ਇਸ ਆਵਾਮ ਦਾ ਇੱਕ ਆਪ ਦਾ ਫੈਸਲਾ ਹੋਊਗਾ ਵੀ ਕਿਸ ਐਪਲੀਕੈਂਟ ਨੂੰ ਅਸੀਂ ਸੰਸਦ 'ਚ ਭੇਜਣਾ ਆ, ਜਿਹਨੇ ਜਾ ਕੇ ਉੱਥੇ ਕਿਸਾਨਾਂ ਦੀਆਂ ਗੱਲਾਂ ਰੱਖਣੀਆਂ ਆ, ਮੁੱਦੇ ਰੱਖਣੇ ਆ। ਅੱਜ ਤੱਕ ਮੈਨੂੰ ਜਿੱਥੇ ਤੱਕ ਮੈਂ ਅੱਜ ਤੱਕ ਸੰਸਦ ਚੱਲਦਾ ਦੇਖਿਆ, ਮੈਨੂੰ ਨਹੀਂ ਲੱਗਦਾ ਵੀ ਕੋਈ ਕਾਰ 'ਚ ਉਤਰ ਕੇ ਕਦੀ ਖੇਤ 'ਚ ਕਿਸੇ ਨੇ ਜਾ ਕੇ ਦੇਖਿਆ ਹੋਵੇ। ਔਰ ਜਿੰਨੇ ਕਾਨੂੰਨ ਸਖਤੀ ਦੇ ਨਾਲ ਸਾਡੇ ਤੇ ਲਾਗੂ ਕੀਤੇ ਆ ਕਿਸਾਨਾਂ ਤੇ, ਇਹਨਾਂ ਦੀ ਕਿਤੇ ਵੀ ਕਿਸੇ ਤਰੀਕੇ ਦੀ ਵੀ ਕੋਈ ਚਰਚਾ ਆਪਸ ਵਿੱਚ ਕੀਤੀ ਨਹੀਂ, ਕਿਉਂਕਿ ਇਸ ਕਿਸਾਨੀ ਬਾਰੇ ਜਿੰਨੇ ਵੀ 546 ਸੰਸਦ ਆ ਉਹਨਾਂ ਵਿੱਚੋਂ ਕੋਈ ਮੈਨੂੰ ਨਹੀਂ ਲੱਗਦਾ ਕੋਈ ਕਿਸਾਨ ਹੈ। ਉਹ ਇਸ ਕਰਕੇ ਮੈਂ ਕਹਿ ਰਿਹਾ ਵੀ ਜਿਹੜਾ ਵਿਪ ਇਹਨਾਂ ਨੇ ਜਾਰੀ ਕੀਤਾ ਸੀਗਾ ਸੰਯੁਕਤ ਮੋਰਚੇ ਨੇ, ਉਹਦੇ ਤੇ ਅੱਜ ਤੱਕ ਬੋਲ ਹੀ ਨਹੀਂ ਸਕੇ। 4-5 ਦਿਨ ਹੋ ਗਏ ਔਰ ਕੁਝ ਸੰਸਦ ਤਾਂ ਜਸ਼ਨ ਮਨਾਉਣ ਲਈ ਕਿਤੇ ਗਏ ਹੋਏ ਨੇ, ਕੁਝ ਸਮਾਰੋਹ ਅਟੈਂਡ ਕਰਨ ਗਏ ਹੋਏ ਨੇ, ਲੇਕਿਨ ਜਿਹੜਾ ਵਿਪ ਜਾਰੀ ਕਰਨ ਲਈ ਸੰਯੁਕਤ ਮੋਰਚੇ ਵੱਲੋਂ ਗਿਆ ਸੀ ਉਹਦੇ ਤੇ ਅੱਜ ਤੱਕ ਹਜੇ ਤੱਕ ਕੋਈ ਨਹੀਂ ਬੋਲਿਆ। ਕੁਝ ਸੰਸਦ ਦੇਖਣ ਨੂੰ ਮਿਲ ਰਹੇ ਆ ਵੀ ਉਹਨਾਂ ਨੇ ਸਦਨ ਚੱਲਣ ਦੇ ਵਿੱਚ ਮੁਸ਼ਕਲਾਂ ਪਾਈਆਂ ਆ, ਲੇਕਿਨ ਸਦਨ ਆਪਣੇ ਤਰੀਕੇ ਦੇ ਨਾਲ ਥੋੜਾ ਬਹੁਤਾ ਜਿੰਨਾ ਵੀ ਚੱਲ ਰਿਹਾ, ਮੈਂ ਸ਼ਾਬਾਸ਼ ਦਿੰਦਾ ਇਹਨਾਂ ਕਿਸਾਨਾਂ ਨੂੰ ਜਿਹੜੇ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਸ
ਅੰਦੋਲਨ ਦੇ ਵਿੱਚ ਹਿੱਸਾ ਪਾਇਆ। ਸਾਡਾ ਛੋਟਾ ਵੀਰ ਹਰਿਆਣਾ ਸਾਡੇ ਨਾਲ ਆ ਕੇ ਖੜਾ ਹੋਇਆ, ਔਰ ਜਿਹੜੀਆਂ ਬਾਕੀ ਸਟੇਟਾਂ ਆ ਉਹਨਾਂ ਦੇ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਮਹਿਸੂਸ ਹੋਇਆ ਵੀ ਸਾਨੂੰ ਵੀ ਇਕਜੁੱਟ ਹੋ ਕੇ ਇਸ ਸੰਘਰਸ਼ ਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਜ਼ਰੂਰ ਬਿੰਨਣਾ ਚਾਹੀਦਾ। ਔਰ ਇਹਦੇ ਵਿੱਚ ਆਪਣਾ ਸਾਰੇ ਜਿੰਨੇ ਵੀ ਪੰਜਾਬ ਤੋਂ ਆਏ ਹੋਏ ਮੇਰੇ ਕਿਸਾਨ ਵੀਰਾਂ ਦੇ ਅਹੁਦੇਦਾਰ ਸਾਹਿਬਾਨ ਆ, ਚਾਹੇ ਉਹ ਪਾਰਟੀਆਂ ਜਿਹੜੇ ਆ ਮੋਰਚੇ ਦੇ ਵਿੱਚ, ਸੰਯੁਕਤ ਮੋਰਚੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਆ, ਉਹਨਾਂ ਦੇ ਪ੍ਰਧਾਨਾਂ ਨਾਲ ਮੈਂ ਪੁਰਜੋਰ ਸਿਫਾਰਿਸ਼ ਕਰਦਾ ਵੀ ਇਸੇ ਤਰੀਕੇ ਜਿਸ ਤਰੀਕੇ ਨਾਲ ਅਸੀਂ ਅੱਜ 3 ਜਿਹੜੇ ਕਾਲੇ ਕਾਨੂੰਨ ਆ ਉਹਨਾਂ ਲਈ ਇੱਕ ਸੰਘਰਸ਼ ਲੜ ਰਹੇ ਆ, ਉਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਚੀਜ਼ਾਂ ਆ। ਸਾਡੇ ਪਾਣੀਆਂ ਦੀਆਂ ਗੱਲਾਂ, ਸਾਡੇ ਪਾਣੀ ਦੇ ਮੁੱਦੇ ਆ, ਸਾਡੇ ਹੋਰ ਜਿਹੜੀਆਂ ਫਸਲਾਂ ਸਾਡੇ ਕਿਸਾਨ ਉਗਾਉਂਦੇ ਆ ਉਹਨਾਂ ਦੇ ਮੁੱਦੇ ਆ, ਉਹਨਾਂ ਦੇ ਰੇਟ ਬੰਨਣ ਦੇ ਮੁੱਦੇ ਆ। ਬਹੁਤ ਸਾਰੀਆਂ ਸਟੇਟਾਂ ਸਾਡੇ ਹਿੰਦੁਸਤਾਨ ਦੀਆਂ ਜਿਹੜੀਆਂ ਜ਼ਹਿਰ ਮੁਕਤ ਨੇ। ਇੱਕ ਪਾਸੇ ਜਦੋਂ ਕਿਸਾਨਾਂ ਨੇ ਆਪਣੀ ਸੰਸਦ ਚਲਾਈ, ਦੂਸਰੇ ਪਾਸੇ ਜਦੋਂ ਭਾਜਪਾ ਦੇ ਲੀਡਰਾਂ ਵੱਲੋਂ ਬਿਆਨ ਆ ਕੇ ਖੇਤੀਬਾੜੀ ਮੰਤਰੀ ਨੇ ਕਹਿ ਦਿੱਤਾ ਕਿ ਅਸੀਂ ਗੱਲਬਾਤ ਕਰਨ ਵਾਸਤੇ ਤਿਆਰ ਹਾਂ, ਤਾਂ ਲੱਗਦਾ ਨਹੀਂ ਕਿ ਹੁਣ ਖੇਤੀਬਾੜੀ ਮੰਤਰੀ ਨੂੰ ਸੰਸਦ ਦੇ ਵਿੱਚ ਆ ਜਾਣਾ ਚਾਹੀਦਾ, ਇੱਥੇ ਆ ਕੇ ਬਹਿਸ ਕਰ ਲੈਣੀ ਚਾਹੀਦੀ ਹੈ? ਬਿਲਕੁਲ ਕਰਨੀ ਚਾਹੀਦੀ ਹੈ, ਕਿਉਂਕਿ ਉਹਨੇ ਕਰਨੀ ਨਹੀਂ। ਕਿਉਂਕਿ ਸਾਡੇ ਜਿਹੜੇ 32 ਕਿਸਾਨ ਜਥੇਬੰਦੀਆਂ ਲਗਭਗ 11-12 ਮੀਟਿੰਗਾਂ ਪਹਿਲਾਂ ਹੋ ਚੁੱਕੀਆਂ, ਤੁਸੀਂ ਉਸ ਤੋਂ ਜਾਣੂ ਆ। ਉਹਦੇ ਤੇ ਸਾਡੇ ਜਿਹੜੇ ਕਿਸਾਨ ਲੀਡਰ ਸਾਹਿਬਾਨ ਨੇ ਕਲੌਜ਼ ਬਾਈ ਕਲੌਜ਼ ਬਹਿਸ ਕੀਤੀ, ਔਰ ਇਹਨਾਂ ਨੇ ਖੁਦ ਮੰਨਿਆ ਕਿ ਕਾਨੂੰਨ ਗਲਤ ਬਣਿਆ। ਔਰ ਤੋਮਰ ਸਾਹਿਬ ਦੀ ਤੁਹਾਨੂੰ, ਕਿਉਂਕਿ ਤੁਸੀਂ ਸਾਡੇ ਨਾਲੋਂ ਜ਼ਿਆਦਾ ਐਕਟਿਵ ਹੁੰਨੇ ਆ, ਤੁਸੀਂ ਹਰ ਤਰ੍ਹਾਂ ਦੇ ਬੰਦੇ ਨੂੰ ਮਿਲਦੇ ਆ, ਤੁਹਾਨੂੰ ਉਹਦੀ ਸ਼ਕਲ ਤੋਂ ਦੇਖ ਕੇ ਉਹਦੀ ਬੇਵਸੀ ਜ਼ਾਹਰ ਹੁੰਦੀ ਆ ਕਿ ਰਟਿਆ ਰਟਾਇਆ ਉਹਦੇ ਕੋਲ ਇੱਕੋ ਹੀ ਲਾਈਨ ਆ, ਉਹਦੇ ਤੋਂ ਅਗਲੀ ਲਾਈਨ ਉਹ ਬੋਲ ਹੀ ਨਹੀਂ ਸਕਦਾ। ਸਿਰਫ ਉਹ ਉਹਨਾਂ ਕੇ ਜਿੰਨਾ ਕੁ ਪਾਰਟ ਉਹਨੂੰ ਲਿਖ ਕੇ ਦਿੱਤਾ ਜਾਂਦਾ, ਜਾਂ ਜਿੰਨੀ ਕੁ ਉਹਨੂੰ ਪਰਮਿਸ਼ਨ ਆ ਮੋਦੀ ਵੱਲੋਂ ਜਾਂ ਅਮਿਤ ਸ਼ਾਹ ਵੱਲੋਂ ਵੀ ਇੰਨੀ ਬੋਲਣੀ, ਇਹ ਤੋਂ ਗਾਂਹ ਦਾ ਅੱਖਰ ਨਹੀਂ ਬੋਲਣਾ। ਤੇ ਇਹ ਜਿਹੜੇ ਅੱਜ ਇੱਥੇ ਸਵਾਲ ਕਰਦੇ ਆ, ਇਹ ਜਦੋਂ ਹੁਣ ਆਪਣੀਆਂ ਸੀਟਾਂ ਤੇ ਗਏ ਨਾ, ਇਹਨਾਂ ਨੂੰ ਪਤਾ ਤਾਂ ਫੇਰ ਲੱਗਣਾ ਵੀ ਵੋਟਾਂ ਕਿਸ ਭਾਅ ਮੰਗੀ ਦੀਆਂ। 8 ਮਹੀਨੇ ਹੋ ਗਏ ਕੱਲ ਇਸ ਕਿਸਾਨੀ ਅੰਦੋਲਨ ਨੂੰ ਚੱਲਦੇ ਆ, ਬੜਾ ਲੰਬਾ ਸਮਾਂ ਇਸ ਅੰਦੋਲਨ ਨੇ ਲੈ ਲਿਆ ਹੈ। 8 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਵੀ 2-2.5 ਮਹੀਨੇ ਕਿਸਾਨ ਕਦੇ ਰੇਲ ਗੱਡੀ ਨੇ ਪਟੜੀਆਂ ਜਾਮ ਕਰਦੇ ਸੀ, ਕਦੇ ਸੜਕਾਂ ਉੱਤੇ ਬਹਿੰਦੇ ਸੀ। ਤਾਂ ਕੀ ਲੱਗਦਾ ਹੈ ਕਿ ਕਿੰਨਾ ਕੁ ਚਿਰ ਹੋਰ ਬਹਿਣਾ ਪੈ ਸਕਦਾ ਹੈ? ਕਿੰਨਾ ਕੁ ਚਿਰ ਹੋਰ ਬੈਠਣ ਨੂੰ ਤੁਸੀਂ ਤਿਆਰ ਹੋ? ਕਿੰਨਾ ਕੁ ਚਿਰ ਬਹਿਣ ਤੱਕ ਇਹ ਅੰਦੋਲਨ ਦਾ ਹੱਲ ਹੋ ਸਕਦਾ, ਜਾਂ ਇਹ ਤਾਂ ਨਹੀਂ ਹੋਊਗਾ ਕਿ ਲੰਬਾ ਟਾਈਮ ਚੱਲਣ ਦਾ ਅੰਦੋਲਨ ਮੱਠਾ ਪੈ ਜਾਊਗਾ? ਇਹ ਜਾਬਰ ਦੀ ਤਾਂ ਸਬਰ ਦੀ ਲੜਾਈ ਆ। ਜਾਬਰ ਤੇ ਕਾਫਰ ਇੱਕ ਪਾਸੇ ਆ, ਤੇ ਸਬਰ ਗੁਰੂ ਨਾਨਕ ਪਾਤਸ਼ਾਹ ਦਾ ਅੰਦੋਲਨ ਵਾਲਿਆਂ ਕੋ ਆ, ਤੇ ਜਿੱਤਣਾ ਸਬਰ ਵਾਲੇ ਨੇ ਆ। ਕਦੀ ਵੀ ਕੋਈ ਅੰਦੋਲਨ ਇਦਾਂ ਨਹੀਂ ਜਿੱਤ ਹੋਇਆ ਵੀ ਦਿੱਲੀ ਨੂੰ ਆ ਗਿਆ ਤਾਂ ਵੀ ਆਪਾਂ ਜਿੱਤ ਕੇ ਲੈ ਗਏ। ਤੁਹਾਨੂੰ ਪਤਾ ਹੀ ਆਪਣਾ ਇਤਿਹਾਸ ਪੰਜਾਬ ਦਾ ਤਾਂ ਦਿੱਲੀ ਦਾ ਤਖਤ ਕਦੀ ਵੀ ਪੰਜਾਬ ਦਾ ਜਾਂ ਕਿਸਾਨਾਂ ਦਾ ਜਾਂ ਕਿਰਤੀਆਂ ਦਾ ਮਿੱਤ ਨਹੀਂ ਹੋਇਆ। ਇਹ ਅੰਦੋਲਨ ਜਿੱਤਿਆ ਜਾਣਾ। ਅੰਦੋਲਨ ਜੈਤੋਂ ਦੇ ਮੋਰਚੇ ਲੱਗੇ, ਕਿੰਨੇ ਮੋਰਚੇ ਲੱਗੇ ਜਿਹੜੀ ਪੰਜਾਬੀਆਂ ਨੇ ਫਤਿਹ ਕਰਕੇ ਗਏ ਆ। ਔਰ ਮੈਨੂੰ ਆਸ ਆ ਚਾਹੇ ਕਿਸੇ ਦਾ ਵੀ ਸਾਨੂੰ ਬਲੀਦਾਨ ਦੇਣਾ ਪਿਆ, ਕਿਸੇ ਤਰ੍ਹਾਂ ਦਾ ਵੀ ਕੀਮਤ ਦੇਣੀ ਪਈ, ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਮੰਨ ਕੇ, 10ਵੇਂ ਪਾਤਸ਼ਾਹ ਦੀ ਹੁਕਮ ਮੰਨ ਕੇ, ਉਹਦੇ ਸਿੱਖ ਹੋਣ ਦੇ ਨਾਤੇ ਅਸੀਂ ਉਹ ਕਰਨ ਨੂੰ ਤਿਆਰ ਹਾਂ। ਤਾਂ ਪਰ ਜਿਹੜਾ ਸੰਘਰਸ਼ ਆ, ਕਾਲੇ ਕਾਨੂੰਨ ਰੱਦ ਕਰਾ ਕੇ ਪਿੰਡ ਨੂੰ ਜਾਵਾਂਗੇ, ਉਹਦਾ ਨਹੀਂ। ਆਪ ਜੀ ਦੇ ਪ੍ਰਸ਼ਨ ਸੀਗਾ ਵੀ ਇਹ ਜਿਹੜੀਆਂ ਸੰਘਰਸ਼ ਕਮੇਟੀਆਂ ਜਿੰਨੀਆਂ ਵੀ 32 ਦੀਆਂ 32 ਆ, ਉਹ ਇਹ ਕਾਲੇ ਕਾਨੂੰਨ ਇਹ ਜਿਹੜੀਆਂ ਕਮੇਟੀਆਂ ਇਹ ਅੱਜ ਨਹੀਂ ਬਣੀਆਂ, ਇਹ ਸੰਘਰਸ਼ ਕਰਦੀਆਂ ਆ ਰਹੀਆਂ ਆ, ਤੇ ਇਹਨਾਂ ਨੇ ਇਹ ਸੰਘਰਸ਼ ਜਿੱਤਣਾ ਵੀ ਆ ਔਰ ਗਾਹਾਂ ਵੀ ਸੰਘਰਸ਼ ਕਰਦੇ ਰਹਿਣਾ। ਇਹ ਕਦੀ ਵੀ ਕਮੇਟੀਆਂ ਨਾ ਤਾਂ ਇਹਨਾਂ ਨੂੰ ਕੋਈ ਹਰਾ ਸਕਿਆ ਆ, ਤਾਂ ਨਾ ਇਹ ਹਾਰਨੀਆਂ। ਇਹਨਾਂ ਦੇ ਨਾਲ ਕਿਸਾਨ ਖੜੇ ਆ, ਇਹਨਾਂ ਦੇ ਨਾਲ ਮਜ਼ਦੂਰ ਖੜੇ ਆ, ਇਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਖੜੇ ਆ, ਇਹਨਾਂ ਦੇ ਨਾਲ ਮਾਵਾਂ ਖੜੀਆਂ ਆ, ਸਾਡੀਆਂ ਭੈਣਾਂ। ਇਸ ਅੰਦੋਲਨ ਦੇ ਵਿੱਚ ਅੱਜ ਤੋਂ ਨਹੀਂ, ਬਹੁਤ ਸਾਰੇ ਸਾਲਾਂ ਤੋਂ ਕੋਈ ਵੀ ਅੱਜ ਇਹ ਕ੍ਰੀਏਟ ਨਹੀਂ ਹੋਈ, ਕੋਈ ਵੀ ਜਿਹੜੀ ਵੀ ਕਮੇਟੀ ਆ ਅੱਜ ਕ੍ਰੀਏਟ ਨਹੀਂ ਹੋਈ। ਕਿਸੇ ਨੂੰ 50 ਸਾਲ ਹੋ ਗਏ, ਕਿਸੇ ਨੂੰ 75 ਸਾਲ ਹੋ ਗਏ, ਕਿਸੇ ਨੂੰ 25 ਸਾਲ ਹੋ ਗਏ। ਇਹ ਸੰਘਰਸ਼ ਦੇ ਵਿੱਚ ਹੀ ਇਹਨਾਂ ਨੇ ਜੀਣਾ, ਸੰਘਰਸ਼ ਹੀ ਮਰਨਾ। ਇਹ ਕਿਸਾਨ ਆ, ਇਹਨੇ ਸੰਘਰਸ਼ ਹੀ ਕਰੀ ਜਾਣਾ ਆ, ਭਾਵੇਂ ਆਪਦੀ ਫਸਲ ਦਾ ਲੈ ਲਈਏ, ਭਾਵੇਂ ਆਪਦੇ ਹੱਕਾਂ ਦਾ ਲੈ ਲਈਏ, ਸੰਘਰਸ਼ ਕਰੀ ਜਾਣਾ। ਸੰਘਰਸ਼ ਕਦੀ ਕਿਸਾਨ ਦਾ ਅੱਜ ਤੱਕ ਨਾ ਰੁਕਿਆ, ਨਾ ਰੁਕਣਾ, ਨਾ ਕੋਈ ਤਾਕਤ ਰੋਕ ਸਕਦੀ ਆ। ਸਰਕਾਰ ਨੇ ਪੂਰਾ ਤੰਤਰ ਮੰਤਰ ਲਾ ਕੇ ਇਸ ਕਿਸਾਨ ਨੂੰ ਪੰਜਾਬ ਦੀਆਂ ਬਰੂਹਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ, ਲੇਕਿਨ ਅੱਜ ਤੱਕ ਇਹੋ ਜਿਹਾ ਕਦੀ ਵੀ ਕੋਈ ਇਹਨਾਂ ਕੋਲੋਂ ਇਨਫਰਾਸਟ੍ਰਕਚਰ ਨਹੀਂ ਬਣ ਸਕਿਆ ਵੀ ਕਿਸਾਨ ਨੂੰ ਕਿਸੇ ਤਰੀਕੇ ਰੋਕ ਸਕੀਏ। ਤੁਸੀਂ ਦੇਖ ਸਕਦੇ ਆ ਪਿਛਲੇ 8 ਮਹੀਨਿਆਂ ਤੋਂ, ਪਿਛਲੇ 1 ਸਾਲ ਤੋਂ ਪਹਿਲਾਂ ਰੇਲਾਂ ਰੋਕੀਆਂ, ਉਸ ਤੋਂ ਬਾਅਦ ਆ ਕੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ। ਇਸ ਕਰਕੇ ਕਿਸਾਨ ਦਾ ਕਦੀ ਵੀ ਮਨੋਬਲ ਨਾ ਡਿੱਗਿਆ ਨਾ ਡਿੱਗਣਾ ਆ। ਜਿਹੋ ਜਿਹੇ ਕਿਸਾਨ ਅੱਜ ਇੱਥੇ ਸੰਸਦ ਵਿੱਚ ਆਏ ਆ, ਸੰਸਦ ਬਣ ਕੇ ਆਏ ਆ,
ਆਪਦੇ ਪੂਰੇ ਪੰਜਾਬ ਦੇ, ਪੂਰੇ ਹਰਿਆਣੇ ਦੇ, ਰਾਜਸਥਾਨ ਦੇ, ਯੂਪੀ ਦੇ, ਮੈਂ ਕਹਿ ਸਕਦਾ ਹੋ ਕਰਨਾਟਕ ਦੇ, ਉੱਤਰਾਂਚਲ ਦੇ, ਉਹ ਬਣ ਕੇ ਆਏ ਆ। ਬੜਾ ਮਾਣ ਮਹਿਸੂਸ ਕਰ ਰਹੇ ਆ ਵੀ ਅਸੀਂ ਆਪਦੇ ਆਉਣ ਵਾਲੇ ਭਵਿੱਖ ਲਈ ਲੜਾਈ ਲੜ ਰਹੇ ਹਾਂ। ਔਰ ਇਸ ਲੜਾਈ ਦੇ ਵਿੱਚ ਸਾਨੂੰ ਅੱਜ ਤੱਕ ਇਦਾਂ ਕਦੀ ਵੀ ਮਹਿਸੂਸ ਨਹੀਂ ਹੋਇਆ, ਮੈਨੂੰ ਵੀ 8 ਮਹੀਨੇ ਹੋ ਗਏ ਆਉਣ ਜਾਣ ਸਾਡਾ ਇਸ ਦਿੱਲੀ ਦੀਆਂ ਬਰੂਹਾਂ ਤੇ ਲੱਗਾ ਆ, ਵੀ ਕਦੀ ਵੀ ਇਦਾਂ ਦੀ ਕੋਈ ਗੱਲ ਉੱਠੀ ਹੋਵੇ ਵੀ ਜੇ ਸਾਡਾ ਸੰਘਰਸ਼ ਇਹ ਅਸੀਂ ਜਿੱਤ ਲੈਨੇ ਆ ਤਾਂ ਸੰਘਰਸ਼ ਬੰਦ ਕਰ ਦਿਆਂਗੇ। ਸੰਘਰਸ਼ ਇਹ ਬੰਦ ਨਹੀਂ ਹੋਣਾ, ਇਹ ਸੰਘਰਸ਼ ਇਦਾਂ ਹੀ ਚੱਲਦੇ ਰਹਿਣਗੇ। ਸਰਕਾਰਾਂ ਨੇ ਕਿਸਾਨਾਂ ਤੇ ਇਦਾਂ ਹੀ ਤਸ਼ੱਦਦ ਕਰਨਾ ਆ, ਇਹ ਸੰਘਰਸ਼ ਇਦਾਂ ਹੀ ਚੱਲਦੇ ਰਹਿਣਗੇ। ਅਸੀਂ ਪੁੱਛਣਾ ਚਾਹਾਂਗੇ ਕਿ ਦਿੱਲੀ ਕਦੇ ਪੰਜਾਬ ਦੀ ਨਹੀਂ ਹੋਈ, ਨਾ ਹੀ ਦਿੱਲੀ ਦਾ ਮੁੱਖ ਹੈ ਕਦੇ ਪੰਜਾਬੀਆਂ ਦਾ, ਕਿਸਾਨਾਂ ਦਾ ਹੋਇਆ ਇੱਧਰ ਨੂੰ ਕਦੇ, ਨਾ ਹੀ ਦਿੱਲੀ ਦਾ ਝੁਕਾਅ ਰਿਹਾ। ਕੀ ਜਿਹੜੀ ਕੇਂਦਰ ਦੀ ਸਰਕਾਰ ਹੈ ਲੱਗਦਾ ਹੈ ਕਾਨੂੰਨਾਂ ਨੂੰ ਰੱਦ ਕਰੂਗੀ, ਕਿਸਾਨਾਂ ਦੇ ਹੱਕ ਦੇ ਵਿੱਚ ਆਊ? ਅੱਜ ਤੱਕ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਦਿੱਲੀ ਕਦੀ ਪੰਜਾਬ ਦੀ ਮਿੱਤ ਨਹੀਂ ਹੋਈ, ਪਰ ਹਮੇਸ਼ਾ ਪੰਜਾਬ ਜਿੱਤਿਆ। ਇਹ ਇਤਿਹਾਸ ਗਵਾਹ ਆ, ਮੇਰੇ ਕਹਿਣ ਨਾਲ ਨਹੀਂ, ਇਤਿਹਾਸ ਗਵਾਹ ਆ। ਅਸੀਂ ਵੀ ਉਹਨਾਂ ਦੇ ਵੰਸ਼ਜ ਹਾਂ, ਜਿੱਤ ਕੇ ਜਾਵਾਂਗੇ। ਗੱਲਬਾਤ ਕੀਤੀ ਹੈ ਜੁਝਾਰੂ ਕਿਸਾਨਾਂ ਦੇ ਨਾਲ ਜਿਹੜੇ ਅੱਜ ਸੰਸਦ ਦੇ ਵਿੱਚ ਆਏ ਨੇ, ਡਟੇ ਹੋਏ ਨੇ। ਤਾਂ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਇੱਥੇ ਆ ਸੰਸਦ ਦੇ ਵਿੱਚ ਬੈਠੇ ਨੇ, ਉਹ ਕੱਲ ਵੀ ਕਿਸਾਨ ਸੀ, ਅੱਜ ਵੀ ਕਿਸਾਨ ਨੇ ਤੇ ਕੱਲ ਵੀ ਕਿਸਾਨ ਰਹਿਣਗੇ। ਚੋਣਾਂ ਲੜਨ ਦਾ ਫੈਸਲਾ ਐਸਕੇਐਮ ਦੇ ਉੱਤੇ ਹੈ, ਉਹ ਲੜਨਗੇ ਤਾਂ ਉਹ ਸਪੋਰਟ ਵੀ ਕਰਨਗੇ, ਨਹੀਂ ਲੜਨਗੇ ਤਾਂ ਉਹ ਵੀ ਉਹਨਾਂ ਦੇ ਫੈਸਲੇ ਉਹਨਾਂ ਦੇ ਸਿਰ ਮੱਥੇ ਨੇ। ਪਰ ਅੱਜ ਜਿਹੜੀ ਸੰਸਦ ਹੈ, ਜਿਹੜੀ ਇਹ 13 ਅਗਸਤ ਤੱਕ ਜਿਹੜੀ ਸੰਸਦ ਚੱਲਣੀ ਹੈ, ਇਸ ਦਾ ਮੁੱਖ ਮਕਸਦ ਦੇਸ਼ ਨੂੰ ਇਹ ਦੱਸਣਾ ਹੈ ਕਿ ਕਿਸਾਨ ਇਹ ਵੀ ਦੱਸ ਸਕਦੇ ਨੇ ਕਿ ਕਾਨੂੰਨ ਪਾਸ ਕਿਵੇਂ ਹੁੰਦੇ ਨੇ ਅਤੇ ਕਾਨੂੰਨਾਂ ਦੇ ਵਿੱਚ ਸੋਧਾਂ ਜਾਂ ਕਾਨੂੰਨਾਂ ਉੱਤੇ ਬਹਿਸ ਹੈ ਜਿਹੜੀ ਉਹ ਵੀ ਕਿਵੇਂ ਕੀਤੀ ਜਾਂਦੀ ਹੈ। ਅਤੇ ਜਿਹੜੀ ਮੁੱਖ ਸੰਸਦ ਹੈ, ਜਿਹੜੀ ਮੁੱਖ ਸੰਸਦ ਦੇ ਵਿੱਚ ਬੈਠੀਆਂ ਸਰਕਾਰਾਂ ਨੇ ਜਾਂ ਚਲਾਉਣ ਵਾਲੇ ਨੇ ਦੇਸ਼ ਨੂੰ, ਉਹਨਾਂ ਨੂੰ ਇਹ ਦੱਸਣਾ ਹੈ ਕਿ ਆਖਿਰ ਕਿਵੇਂ ਜਿਹੜੀ ਸਿਸਟਮ ਹੈ ਉਹ ਚਲਾਇਆ ਜਾਂਦਾ, ਕਿਵੇਂ ਲੋਕਾਂ ਦੀ ਆਵਾਜ਼ ਸੁਣੀ ਜਾਂਦੀ ਹੈ ਤੇ ਕਿਵੇਂ ਉਹਨਾਂ ਦੀ ਆਵਾਜ਼ ਸੁਣ ਕੇ ਕਾਨੂੰਨ ਪਾਸ ਕੀਤੇ ਜਾਂਦੇ ਨੇ। ਬਣੇ ਰਹੋ KTV ਚੈਨਲ ਦੇ ਨਾਲ। ਮੈਨੂੰ ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।